मान सरकार का मिशन विकास अब जमीन पर असर दिखाने लगा है। श्री आनंदपुर साहिब में शिक्षा मंत्री हरजोत सिंह बैंस ने करोड़ों रुपए की परियोजनाओं की शुरुआत कर अभियान को नई गति दी है। जिंदवारी घाटी में पुल और सड़क निर्माण से पुरानी बुनियादी दिक्कतें दूर करने का दावा किया गया है। सरकार कह रही है कि विकास सब शहरों के साथ गांवों को भी बराबर प्राथमिकता देगा। देखिए हिंदी खबर का स्पेशल रिपोर्ट। मान सरकार के मिशन विकास को शिक्षा मंत्री बैंस ने दी रफ्तार। श्री आनंदपुर साहिब को 11 करोड़ से ज्यादा की विकास परियोजनाओं की सौगात। हरजोत सिंह बैंस ने किया नए पुल और सड़क का उद्घाटन। ਅੱਜ ਸਾਡੇ ਇਲਾਕੇ ਦੇ ਬਹੁਤ ਹੀ ਖੂਬਸੂਰਤ ਪਿੰਡ ਪਿੰਗਵੜੀ ਦੇ ਵਿੱਚ ਜਿਹੜਾ ਹੈ ਨਵੇਂ ਪੁਲ ਦੀ ਸ਼ੁਰੂਆਤ ਹੋ ਰਹੀ ਹੈ। 1.5 ਕਰੋੜ ਦੀ ਲਾਗਤ ਦੇ ਨਾਲ ਇਹ ਪੁਲ ਬਣੂਗਾ। ਪਹਿਲੀ ਖੱਡ ਹੈ ਜਿਸ ਤੇ ਪੁਲ ਜਿਹੜਾ ਪਹਿਲੀ ਖੱਡ ਤੇ ਪੁਲ ਬਣ ਰਿਹਾ, ਇਸ ਤੋਂ ਅਗਲੀ ਖੱਡ ਵੱਡੀ ਖੱਡ ਹੈ, ਉਸ ਦੇ ਉੱਤੇ 6.5 ਕਰੋੜ ਦੀ ਲਾਗਤ ਦਾ ਪੁਲ ਅਸੀਂ ਪਾਸ ਕਰਵਾ ਰਹੇ ਹਾਂ। ਫਾਈਨਲ ਸਟੇਜ ਤੇ ਹੈ। ਇਸ ਤੋਂ ਬਾਅਦ ਇਸ ਦੇ ਨਾਲ ਹੀ ਪਿੰਡ ਦੇ ਵਿੱਚ ਡੰਗਿਆਂ ਦਾ ਕੰਮ ਤੇ ਪਲੱਸ ਪਿੰਡ ਨੂੰ ਜਾਣ ਵਾਲੇ, ਕਿਉਂਕਿ ਪਿੰਡ ਪਹਾੜੀ ਤੇ ਵਸਿਆ ਤਾਂ ਬਹੁਤ ਅਲੱਗ-ਅਲੱਗ ਪਾਸੇ ਆਬਾਦੀ ਹੈ, ਤਾਂ ਸਾਰੇ ਪਿੰਡ ਦੇ ਵਿੱਚ ਲਗਭਗ 4 ਕਰੋੜ ਦੀਆਂ ਜਿਹੜੀਆਂ ਸੜਕਾਂ ਬਣ ਰਹੀਆਂ, तो 11 करोड़ का काम इस पिंड हो रहा। रंगला पंजाब के मिशन पर काम कर रही भगवंत मान सरकार प्रदेश के हर इलाके में विकास रथ को तेज रफ्तार से आगे बढ़ाने में जुटी है। पिछले 4 साल में अपने सभी वादे पूरा करने के बाद अब सरकार की कोशिश उन ग्रामीण इलाकों को चमकाने पर है जो पंजाब की असली ताकत है। इसी मिशन के तहत शिक्षा मंत्री हरजोत सिंह बैंस श्री आनंदपुर साहिब विधानसभा क्षेत्र के जिंदवारी घाटी में करोड़ों रुपए की विकास परियोजनाओं की शुरुआत करने पहुंचे थे। यह इलाका लंबे समय से बुनियादी सुविधाओं की कमी झेल रहा था, जहां पुल और सड़क जैसी मूलभूत जरूरतें भी अधूरी थी। हरजोत सिंह बैंस ने श्री आनंदपुर साहिब के जिंदवारी घाटी पर नए पुल की नींव रखी, जो 1.5 करोड़ की लागत में बनकर तैयार होगा। आगे वाले नाले पर 6.5 करोड़ की लागत से एक और बड़े पुल का निर्माण जल्द शुरू किया जाएगा। इसके अलावा यहाँ पर करीब 4 करोड़ की लागत से सड़क का भी निर्माण तेजी से कराया जा रहा है। ਕਿਹੜੇ ਹਾਲਾਤ ਸੀ ਕਿ ਜਿੱਥੋਂ ਇੰਨਾ ਪਾਣੀ ਦਿਸਦਾ ਸਾਹਮਣੇ ਕਿ 4 ਸੂਬੇ ਡੁੱਬ ਜਾਣ, ਉਸ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਦੀ ਦਿੱਕਤ ਸੀ। ਆ ਸਰਪੰਚ ਸਾਹਿਬ ਖੜੇ ਆ, ਪਹਿਲੇ ਸਾਲ ਹੀ ਆ ਕੇ 800 ਫੁੱਟ ਵਾਅਦਾ ਕੀਤਾ ਸੀ। ਮੈਂ ਕਿਹਾ ਜਦੋਂ ਇਲੈਕਸ਼ਨ 'ਚ ਫਿਰ ਉੱਥੇ ਵੀ ਜਿਹੜੀ ਲੇਡੀ ਉਹ ਕਹਿੰਦੇ ਜੀ ਨਹੀਂ ਵੋਟਾਂ ਲੈਂਦੇ ਭੁੱਲ ਜਾਂਦੇ। ਮੈਂ ਕਿਹਾ ਨਹੀਂ, ਉਹ ਹੋਰ ਸੀ, ਇਹ ਹਰਜੋਤ ਬੈਂਸ ਹੈ। ਮੈਨੂੰ ਯਾਦ ਹੈ ਪਹਿਲੇ ਸਾਲ ਹੀ 800 ਫੁੱਟ ਡੂੰਘਾ ਜਿਹੜਾ ਬੋਰ ਕਰਾਇਆ। ਅੱਜ ਭਗੌਰ ਸਾਹਿਬ ਦੇ ਵਿੱਚ ਪੂਰੇ ਪੀਣ ਵਾਲਾ ਪਾਣੀ ਹੈ। ਸੜਕ 18 ਫੁੱਟ ਭਗੌਰ ਸਾਹਿਬ ਤੋਂ ਲੈ ਕੇ ਐਂਡ ਤੱਕ ਹੋ ਰਹੀ ਹੈ। ਬਾਸ ਦੀ ਸੜਕ 18 ਫੁੱਟ, ਬਾਸ ਦੇ ਨਿਕਾਸੀ ਦੀ ਦਿੱਕਤ। ਫਿਰ ਇਸ ਤੋਂ ਬਾਅਦ ਇੱਥੇ ਜਦੋਂ ਅਸੀਂ ਆਏ ਪਿੰਗਵੜੀ ਸਵਾਮੀਪੁਰ ਵਾਲਾ ਪੁਲ, ਫਿਰ ਪਿੰਗਵੜੀ ਵਾਲਾ ਪੁਲ ਜਿਹੜਾ ਇੱਥੇ ਹੈ। ਮੈਂ ਉਸ ਤੋਂ ਬਾਅਦ ਉਸ ਦਿਨ ਜਾ ਕੇ ਅਰਵਿੰਦ ਜੀ ਨੂੰ ਮੈਸੇਜ ਕੀਤਾ, ਸਰ ਨੂੰ। ਮੈਂ ਕਿਹਾ ਜੀ ਸਰ, ਇਹਨੇ ਮੈਨੂੰ ਦੱਸਿਆ, ਕਹਿੰਦੇ ਜੀ ਜਿੰਨੇ ਲੀਡਰ ਆਉਂਦੇ ਸੀ ਸਭ ਤੋਂ, ਉਹ ਕਹਿੰਦੇ ਤੁਸੀਂ ਇੱਥੇ ਕਿੱਥੇ ਬੈਠੇ ਹੋ, ਕਹਿੰਦੇ ਇੱਥੇ ਵੇਚ ਦੋ ਜ਼ਮੀਨਾਂ, ਕਿਤੇ ਜਾ ਕੇ ਲੈ ਲਓ। ਕੀ ਉਹਦਾ ਮੁੱਲ ਪੈਣਾ, ਨਾ ਇਹਨਾਂ ਤੇ ਉਜੜਨਾ ਸੀ। ਉਸ ਦਿਨ ਕਲਪਨਾ ਕੀਤੀ, ਇਹ ਸੰਕਲਪ ਕਰ ਲਿਆ ਕਿ ਇਸ ਪਿੰਡ ਦੇ ਉੱਤੇ ਜਿੰਨਾ ਮਰਜ਼ੀ ਪੈਸਾ ਲੱਗ ਜੇ, 200 ਤੋਂ ਘੱਟ ਵੋਟ, ਜਿੰਨਾ ਮਰਜ਼ੀ ਪੈਸਾ ਲੱਗ ਜੇ, ਪਿੰਗਵੜੀ ਦੁਬਾਰਾ ਆਬਾਦ ਕਰਾਂਗੇ। ਤੇ ਲੋਕ ਜਿਹੜਾ ਕਿ ਇੰਨਾ ਖੂਬਸੂरत है। कैबिनेट मंत्री हरजोत सिंह बैंस ने बताया कि इस इलाके में पीने के लिए साफ पानी की दिक्कत थी और सड़कें भी अच्छी नहीं थी, लेकिन सरकार बनने के बाद पहले ही साल यहां आकर मान सरकार ने सड़क और पानी का अपना वादा पूरा किया। उन्होंने कहा कि जिंदवारी घाटी जैसे दूर दराज के क्षेत्रों को मुख्यधारा से जोड़ना सरकार की प्राथमिकता रही है। साफ पेयजल की व्यवस्था के साथ साथ मजबूत सड़क नेटवर्क ने लोगों की रोजमर्रा की जिंदगी को आसान बनाया है। अब बच्चों को स्कूल जाने और मरीजों को अस्पताल पहुंचाने में पहले जैसी परेशानी नहीं होती। इस पिंड ਨੂੰ ਆਬਾਦ ਕਰਾਂਗੇ ਤੇ ਲੋਕ ਬਾਹਰੋਂ ਆ ਕੇ ਇੱਥੇ ਰਹਿਣਗੇ। ਵਾਅਦਾ ਇਸ ਪਿੰਡ ਦੇ ਨਾਲ ਸਰਦਾਰ ਹਰਜੋਤ ਸਿੰਘ ਬੈਂਸ ਜਿੰਦਾਬਾਦ। ਫਿਰ ਸਾਡੇ ਇਸ ਬੈਲਟ ਨੂੰ, ਹਿਮਾਚਲ ਦੇ ਪਿੰਡਾਂ ਨੂੰ ਤਾਂ ਲਿਫਟ ਇਰੀਗੇਸ਼ਨ ਹੈ, ਸਾਡੇ ਇਹਨਾਂ ਪਿੰਡਾਂ ਨੂੰ ਕੋਈ ਲਿਫਟ ਇਰੀਗੇਸ਼ਨ ਨਹੀਂ। ਇਸ ਵਾਰ 400 ਤੋਂ 500 ਕਿੱਲਾ ਜ਼ਮੀਨ ਬੰਜਰ ਪਈ ਰਹਿੰਦੀ ਹੈ। ਇਸ ਦੀ ਲਿਫਟ ਇਰੀਗੇਸ਼ਨ ਦੀ ਫਾਈਲ ਕੋਲ ਇੱਥੇ ਵਾਈਲਡ ਲਾਈਫ ਦਾ ਏਰੀਆ, ਫੋਰੈਸਟ ਦੇ ਕੋਲ ਪੈਂਡਿੰਗ ਪਈ ਹੈ। ਜਿੱਤੇ ਹੀ ਅਪਰੂਵ ਹੁੰਦੀ ਹੈ ਨਾਲ ਹੀ ਕੰਮ ਸ਼ੁਰੂ ਹੋ ਜਾਊਗਾ। ਇਹ ਸਾਰਿਆਂ ਨੂੰ ਲਿਫਟ ਇਰੀਗੇਸ਼ਨ ਪਾਣੀ ਚੱਕ ਕੇ ਲਿਫਟ ਕਰਾਂਗੇ। ਅੱਜ ਇਸ ਪੁਲ ਦਾ ਕੰਮ ਸ਼ੁਰੂ ਹੈ। ਕੋਈ ਇਹ ਨਹੀਂ ਕਿ ਨੀਂਹ ਪੱਥਰ, ਕੋਈ ਇਹ ਤੁਹਾਡੇ ਸਾਹਮਣੇ ਆ ਸਰੀਆ ਪਿਆ, ਮਸ਼ੀਨਾਂ ਪਈਆਂ, ਸਭ ਕੰਮ ਠੇਕੇਦਾਰ ਇੱਥੇ ਜਿਹੜਾ ਹੈ ਕੰਮ ਸ਼ੁਰੂ ਹੋ ਚੁੱਕਿਆ। 3-4 ਮਹੀਨੇ 'ਚ ਅਸੀਂ ਤਿਆਰ ਕਰ ਦਾਂਗੇ। ਇਸ ਤੋਂ ਅੱਗੇ ਇੱਕ ਪੁਲ ਹੋਰ ਬਣਨਾ, ਉਹਦੀ ਅਪਰੂਵਲ ਹੁਣ ਮੈਂ ਬੈਠਾ ਹੋਈ ਚੈੱਕ ਕਰਦਾ ਪਿਆ ਸੀ। ਅੱਜ ਕੱਲ੍ਹ 'ਚ ਉਹਦੀ ਅਪਰੂਵਲ ਆ ਜਾਣੀ। ਉਹ 6.5 ਕਰੋੜ, ਇਹ 1.5 ਕਰੋੜ ਦਾ, ਉਹ 6.5 ਕਰੋੜ ਦਾ। ਤਾਂ 6.5 ਤੇ 1.5 ਲਾ ਲਓ ਤੁਸੀਂ, 8 ਕਰੋੜ। ਉਸ ਤੋਂ ਬਾਅਦ ਗਲੀਆਂ ਜਿਹੜੀਆਂ ਹਰ ਘਰ ਨੂੰ ਅਸੀਂ, ਤਾਂ ਤਕਰੀਬਨ 11 ਕਰੋੜ ਤੋਂ ਵੱਧ सिर्फ पिंगवड़ी पिंड के लिए। कैबिनेट मंत्री हरजोत सिंह बैंस ने कहा कि पंजाब में इस वक्त ऐसी सरकार है जिसके पास काम करने की नीयत है और लोगों की उम्मीदों पर खरा उतरने का संकल्प भी। इसी वजह से आज राज्य में बिजली, पानी से लेकर स्वास्थ्य और शिक्षा, हर सुविधा को मजबूत किया गया है।
सरकार ने स्कूलों की बुनियादी ढांचे को बेहतर किया, अस्पतालों में सुविधाएं बढ़ाई और किसानों के हित में कई फैसले लिए। महिलाओं को 1000 से 1500 रुपए महीने की सम्मान राशि की गारंटी को भी पूरा किया गया, जिससे घर की अर्थव्यवस्था को सहारा मिला है। उन्होंने भगवंत मान सरकार की एक और योजना के बारे में लोगों को विस्तार से बताया और कहा कि सरकार की नीतियां जमीन पर असर दिखा रही हैं। आने वाले दिनों में विकास की रफ्तार और तेज होगी और पंजाब को एक मजबूत, समृद्ध और आत्मनिर्भर राज्य बनाने की दिशा में काम जारी रहेगा। ਅਸੀਂ ਜਾ ਕੇ ਦੇਖਿਆ ਕਿ ਇੱਕ ਬਸਤੀ ਕੇ ਬਹੁਤ ਬੁਰੇ ਹਾਲਾਤ ਸੀ ਇਸ ਪਿੰਡ ਦੇ। ਇਸ ਪਿੰਡ ਨੂੰ ਤੁਸੀਂ ਅਗਲੇ 6 ਮਹੀਨੇ 'ਚ ਪੂਰੀ ਤਰ੍ਹਾਂ ਬਦਲਿਆ ਦੇਖੋਗੇ। ਐਦਾਂ ਹੀ ਬੇਲਿਆਂ 'ਚ ਪੁਲ ਬਣ ਰਹੇ ਨੇ, ਐਦਾਂ ਹੀ ਢਬੂੜਾ ਪੁਲ ਬਣ ਰਹੇ ਨੇ। ਸਾਨੂੰ ਸ਼ੌਂਕ ਹੈ ਕੰਮ ਕਰਨ ਦਾ, ਜਿੱਧਰ ਮਰਜ਼ੀ ਤੁਸੀਂ ਜਾ ਕੇ ਦੇਖ ਲਓ ਕੰਮ ਹੋ ਰਿਹਾ। ਇਸ ਤੋਂ ਬਾਅਦ ਭਗੌਰ ਸਾਹਿਬ ਸਕੂਲ ਜਾ ਰਹੇ ਹਾਂ, ਉਹਦੇ ਵਿੱਚ ਕਿੰਨਾ ਸ਼ਾਨਦਾਰ ਕੰਮ ਹੋਇਆ। ਜੇ ਨੀਅਤ ਹੋਵੇ ਤਾਂ ਸਭ ਕੁਝ ਮੁਮਕਿਨ ਹੈ। ਸਾਡੀ ਸਰਕਾਰ ਤੁਹਾਡੀ ਸਰਕਾਰ ਹੈ, ਆਮ ਲੋਕਾਂ ਦੀ ਸਰਕਾਰ ਹੈ। ਪਿਛਲੇ 4 ਸਾਲਾਂ ਤੋਂ ਬਿਜਲੀ ਦਾ ਬਿੱਲ ਜ਼ੀਰੋ। ਪਿਛਲੇ ਅਸੀਂ ਯਾਦ ਸਾਡੇ ਲੋਕਲ ਪਿੰਡ ਸਾਡੇ ਮੇਰੇ ਆਪਣੇ ਵੀ ਜਿਹੜਾ ਨਾਨਕਿਆਂ ਦਾ ਜੱਦੀ ਪਿੰਡ ਹੈ ਹਿਮਾਚਲ, ਤਾਂ ਸਾਡੇ ਕੋਲ ਜਿਹੜੇ ਕੋਈ ਇੱਧਰ ਉਹ ਹਮੇਸ਼ਾ ਇਹ ਕਹਿੰਦੇ ਸੀ ਕਿ ਯਾਰ ਹਿਮਾਚਲ 'ਚ ਬਣਾ ਲਓ, ਹਿਮਾਚਲ 'ਚ ਸਹੂਲਤਾਂ ਵੱਧ। ਏਦਾਂ ਹੀ ਸੀ ਨਾ। ਹੁਣ ਉਲਟ ਹੋ ਗਿਆ। ਹੁਣ ਕਹਿੰਦੇ ਨਾ ਹੁਣ ਪੰਜਾਬ 'ਚ ਆਓ, ਕਿਉਂਕਿ ਪੰਜਾਬ 'ਚ ਹੁਣ ਬਿਜਲੀ ਵੀ ਮੁਫਤ ਹੈ, ਪੰਜਾਬ 'ਚ 10 ਲੱਖ ਦਾ ਬੀਮਾ ਵੀ ਆ ਗਿਆ, ਪੰਜਾਬ 'ਚ 1000 ਵੀ ਆ ਗਿਆ, 1500 ਰੁਪਏ ਵੀ ਆ ਗਿਆ। ਹੁਣ ਅਸੀਂ ਵਰਨਾ ਮੈਨੂੰ ਯਾਦ ਹੈ ਸਾਡੇ ਪਿੰਡ ਆ ਭੰਗਲਾ ਹੋ ਗਿਆ, ਕਲਸੇੜਾ ਹੋ ਗਿਆ, ਪਿੰਗ, ਇਹ ਤਾਂ ਕਹਿੰਦੇ ਸਾਨੂੰ ਤਾਂ ਹਿਮਾਚਲ ਨੂੰ ਹੀ ਦੇ ਦਿਓ, ਸਾਨੂੰ ਪੰਜਾਬ ਸਿੰਘ ਬੈਂਸ। ਹੁਣ ਏਦਾਂ ਠੀਕ ਹੈ ਨਾ ਜੀ। ਹੁਣ ਹਿਮਾਚਲ 'ਚ 125 यूनिट ਉਹ ਵੀ ਉਹਨੂੰ ਤਾਂ ਦਿੱਤੇ नहीं ਜਾਂਦੇ, 350 यूनिट है। मान सरकार की विकास नीति अब केवल घोषणाओं तक सीमित नहीं, बल्कि जमीनी स्तर पर दिखाई देने लगी है। ग्रामीण इलाकों में पुल, सड़क, पानी और बुनियादी सुविधाओं पर लगातार काम किया जा रहा है, जैसे दूर दराज के क्षेत्रों को भी मुख्य धारा से जोड़ा जा सके। सरकार का फोकस संतुलित विकास पर है, जहां शहरों के साथ साथ गांवों को भी बराबरी से प्राथमिकता मिल रही है। श्री आनंदपुर साहिब में शुरू हुई ये परियोजनाएं उसी विजन का हिस्सा है, जिसके तहत पंजाब को आधुनिक बुनियादी ढांचे और मजबूत सामाजिक ढांचे से लैस करने की दिशा में कदम बढ़ाए जा रहे हैं। सरकार का दावा है कि आने वाले समय में विकास की गति और तेज होगी और प्रदेश के हर क्षेत्र को इसका सीधा लाभ मिलेगा। स्पेशल रिपोर्ट, हिंदी खबर।